ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਰਣਜੀਤ ਸਿੰਘ ਅੱਜ ਤੁਹਾਡੀ ਹਾਜ਼ਰੀ ਦੇ ਵਿੱਚ ਹਾਜ਼ਰ ਹੋਇਆ ਵਾਂ, ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਇਆ ਵਾਂ ਸੰਗਤ ਦੀ। ਪਿਛਲੇ ਮਹੀਨੇ ਡੇਢ ਮਹੀਨੇ ਤੋਂ ਸਾਡੀ ਸੇਵਾ ਨੂੰ ਲੈ ਕੇ ਬੜੇ ਸਵਾਲ ਉੱਠ ਰਹੇ ਸਨ, ਸੋ ਮੈਂ ਅੱਜ ਆਪਣਾ ਸਪਸ਼ਟੀਕਰਨ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਇਆ ਵਾਂ। ਸੋ ਅੱਜ ਤੱਕ ਮੇਰੇ ਕੋਲ ਮੇਰੇ ਅਕਾਊਂਟ ਦੇ ਵਿੱਚ 7,87,000 ਰੁਪਇਆ ਆਇਆ, ਜਿਹਦੇ ਵਿੱਚੋਂ 55,000 ਰੁਪਇਆ ਮੈਂ ਸੇਵਾ ਵਾਪਸ ਕੀਤੀ, ਕਿਉਂਕਿ ਉੱਥੇ ਜ਼ਰੂਰਤ ਨਹੀਂ ਸੀਗੀ। ਜਿਸ ਸੇਵਾ ਲਈ ਮੇਰੇ ਕੋਲ ਉਹ ਪੈਸੇ ਆਏ ਸੀਗੇ ਉੱਥੇ ਉਹ ਸੇਵਾ ਹੋ ਚੁੱਕੀ ਸੀਗੀ। ਸੋ ਮੈਂ ਉਹ 55,000 ਦਾ ਮੈਂਸ਼ਨ ਕਰਨ ਲੱਗਾ ਵਾਂ। ਇੱਕ ਭਾਜੀ ਆ ਦੀਦਾਰ ਸਿੰਘ ਚੰਡੀਗੜ੍ਹ ਤੋਂ, ਉਹਨਾਂ ਨੇ 5,000 ਰੁਪਇਆ ਸੇਵਾ ਭੇਜੀ ਸੀਗੀ, ਉਹ ਵਾਪਸ ਕਰਤੀ ਸੀਗੀ। ਉਸ ਤੋਂ ਬਾਅਦ ਇੱਕ 50,000 ਦੀ ਸੇਵਾ ਸੀਗੀ ਬਲਜੀਤ ਕੌਰ, ਸਾਡੀ ਮਾਵਾਂ ਸਮਾਨ ਇੰਗਲੈਂਡ ਤੋਂ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਜਿਨ੍ਹਾਂ ਦੇ ਥਰੂ ਉਹਨਾਂ ਨੇ ਸਾਡੇ ਅਕਾਊਂਟ ਦੇ ਵਿੱਚ ਪੈਸੇ ਪਾਏ ਸੀਗੇ ਤੇ ਉਹਨਾਂ ਨੂੰ ਵਾਪਸ ਦੇ ਦਿੱਤੇ ਗਏ। ਉਸ ਤੋਂ ਬਾਅਦ ਮੇਰੇ ਕੋਲ 2,60,000 ਰੁਪਇਆ ਜੋ ਕਿ ਕੈਸ਼ ਤੇ ਪਲੱਸ ਵੈਸਟਰਨ ਯੂਨੀਅਨ ਦੇ ਰਸਤੇ ਜਿਹੜਾ ਮੈਂ ਆਪ ਰਿਸੀਵ ਕਰਦਾ ਰਿਹਾ। ਟੋਟਲ ਅਮਾਊਂਟ 9,92,000 ਹੁੰਦੀ ਆ। ਜਿਹਦੇ ਵਿੱਚੋਂ ਅੱਜ ਤੱਕ ਸੰਗਤ ਜੀ ਮੈਂ 3 ਘਰ ਬਣਾਏ ਆ। ਇੱਕ ਘਰ ਬਣ ਕੇ ਮੁਕੰਮਲ ਹੋ ਚੁੱਕਾ ਆ ਪਿਛਲੇ ਮਹੀਨੇ ਦਾ। 2 ਘਰਾਂ ਦਾ ਕੰਮ ਚੱਲ ਰਿਹਾ ਆ। ਪਹਿਲਾ ਘਰ ਜਿਹੜਾ ਮੈਂ ਬਣਾਇਆ ਉਹ ਗੁਰਨਾਮ ਨਗਰ, ਨਿਊ ਸ਼ਹੀਦ ਊਧਮ ਸਿੰਘ ਨਗਰ ਮੇਰੀ ਸਿਟੀ ਦੇ ਵਿੱਚ ਹੀ ਆ। ਮੇਰੇ ਤੋਂ ਸਿਰਫ ਕੋਈ 1.5 ਕਿਲੋਮੀਟਰ ਫਾਰ ਆ। ਉਹਦੇ ਉੱਤੇ ਸਿਰਫ ਉਹਨਾਂ ਦੀ ਮੁਰੰਮਤ ਕਰਵਾਈ ਗਈ, ਉਹਨਾਂ ਦੇ ਮਕਾਨਾਂ ਦੀ ਕਾਫੀ, ਉਹਨਾਂ ਦੇ ਕਿਉਂਕਿ ਉਹਨਾਂ ਦੇ ਨਾਂ ਸੀਗਾ, ਟਾਇਲਟ ਨਹੀਂ ਸੀਗੀ, ਬਾਥਰੂਮ ਰਸੋਈ ਨਹੀਂ ਸੀ ਹੈਗੀ, ਤੇ ਕਾਨਿਆਂ ਦੀ ਛੱਤ ਸੀਗੀ ਉਹਨਾਂ ਦੇ ਉੱਤੇ। ਤੇ ਦੂਸਰਾ ਜਿਹੜਾ ਉਹਨਾਂ ਦਾ ਪਿੱਛੇ ਰੂਮ ਸੀਗਾ ਉਹ ਵੀ ਮਤਲਬ ਕਾਫੀ ਉਹਦੀ ਖਸਤਾ ਹਾਲਤ ਸੀਗੀ। ਉਹਦੇ ਉੱਤੇ ਅਮਾਊਂਟ ਲੱਗੀ ਆ 80,000 ਰੁਪਇਆ। ਤੇ 2 ਘਰਾਂ ਦਾ ਕੰਮ ਚੱਲ ਰਿਹਾ ਵਾ ਪਾਖਰਪੁਰ ਪਿੰਡ ਦੇ ਵਿੱਚ ਬਟਾਲੇ, ਤੇ ਇੱਕ ਪਿੰਡ ਆਪਣਾ ਲਾਲ ਤਲਵੰਡੀ ਸਿੰਘ ਪਿੰਡ ਆ, ਉਹ ਵੀ ਬਟਾਲੇ ਦੇ ਵਿੱਚ ਹੀ ਪੈਂਦਾ ਵਾ। ਔਰ ਉੱਥੇ ਲਗਭਗ ਹੁਣ ਤੱਕ ਉਹਨਾਂ ਦੋਨਾਂ ਘਰਾਂ ਤੇ ਕੋਈ 3,90,000 ਰੁਪਇਆ ਲੱਗ ਚੁੱਕਾ ਹੋਇਆ ਵਾ। ਤੇ ਨੀਅਰ ਅਬਾਊਟ ਹਾਲੇ ਵੀ ਉੱਥੇ ਕੋਈ ਨਾ ਕੋਈ 60-70,000 ਲੱਖ ਰੁਪਇਆ ਮੰਨ ਕੇ ਚੱਲਿਓ ਕਿ ਉੱਥੇ ਖਰਚਾ ਹੋਏਗਾ ਇੰਨਾ। ਡਿਊਰਿੰਗ ਕੋਵਿਡ ਦੇ ਟਾਈਮ ਜਦੋਂ ਆਪਾਂ ਸੇਵਾ ਸ਼ੁਰੂ ਕੀਤੀ, ਮੇਰੇ ਘਰ ਦੇ ਵਿੱਚ ਮੇਰੀ ਛੱਤ ਦੇ ਉੱਤੇ, ਕੋਠੇ ਦੀ ਛੱਤ ਦੇ ਉੱਤੇ ਮੈਂ ਲੰਗਰ ਬਣਾਉਣਾ ਸ਼ੁਰੂ ਕੀਤਾ। ਤੇ ਲਗਾਤਾਰ ਲੰਗਰ ਬਣਾ ਕੇ ਦੇਖੋ ਰੋਡ ਦੇ ਉੱਤੇ ਦੇਖੋ, ਜਦੋਂ ਆਵਾਜਾਈ ਬੰਦ ਹੋ ਗਈ ਸੀਗੀ, ਚਲੋ ਜਿਹੜੇ ਤੇ ਘਰਾਂ ਦੇ ਵਿੱਚ ਪ੍ਰਾਈਵੇਟ ਜੌਬ ਕਰਦੇ ਸੀ ਜਾਂ ਕਿੱਦਾਂ ਵੀ ਆਣਾ, ਉਹਨਾਂ ਦੇ ਕੋਲ ਹਰ ਇੱਕ ਦੇ ਕੋਲ ਚਲੋ ਥੋੜਾ ਬਹੁਤਾ ਆਪਣੇ ਕੋਲ ਇਨਵੈਸਟਮੈਂਟ ਹੁੰਦੀ ਆ, ਆਪਾਂ ਘਰਾਂ ਦਾ ਗੁਜ਼ਾਰਾ ਕਿੱਦਾਂ ਕਰਨਾ। ਬਟ ਜਿਹੜੇ ਰੋਡਾਂ ਦੇ ਉੱਤੇ ਰੁਲੇ ਫਿਰਦੇ ਆ ਜਾਂ ਝੁੱਗੀਆਂ ਵਾਲੇ ਸੀਗੇ, ਉਹਨਾਂ ਦਾ ਬਹੁਤ ਮੰਦੇ ਹਾਲ ਸੀਗੇ। ਸੋ ਅਸੀਂ ਉੱਥੇ ਚਲੋ ਰਾਸ਼ਨ ਪਹੁੰਚਾਉਂਦੇ ਰਹੇ ਬਣਾ ਕੇ ਵੀ, ਪਲੱਸ ਕੋਈ ਨੀਅਰ ਅਬਾਊਟ ਮੈਂ 700 ਕਿੱਟ ਵੀ ਵੰਡੀ ਆ, ਜਿਹੜਾ ਸੁੱਕਾ ਰਾਸ਼ਨ ਜਿਹਨੂੰ ਕਹਿੰਦੇ ਆ। ਔਰ ਜਿਹੜੀ ਅਮਾਊਂਟ ਹੈਗੀ ਆ ਆਪਣਾ ਰਾਸ਼ਨ ਦੀ, ਜਿਹੜਾ ਮੈਂ ਬਣਾਇਆ ਤੇ ਜਿਹੜਾ ਸੁੱਕਾ ਦਿੱਤਾ ਵਾ, ਉਹ ਵੀ ਕੋਈ ਨੀਅਰ ਅਬਾਊਟ 2 ਲੱਖ ਦਾ ਰਾਸ਼ਨ ਸੀਗਾ ਜਿਹੜਾ ਸੁੱਕਾ ਵੰਡਿਆ, ਤੇ 1.5 ਲੱਖ ਦਾ ਰਾਸ਼ਨ ਜਿਹੜਾ ਮੈਂ ਘਰੇ ਬਣਾ ਕੇ ਵੰਡਦਾ ਰਿਹਾ। ਐਂਡ ਉਹਨਾਂ ਦੇ ਵਿੱਚ ਮੈਨੂੰ ਰਾਸ਼ਨ ਜਿੱਦਾਂ ਕਿ ਆਟਾ, ਦਾਲ, ਚੌਲ ਕਈ ਮੇਰੇ ਵੀਰ ਭਰਾ ਸਾਨੂੰ ਉੱਦਾਂ ਵੀ ਦੇ ਜਾਂਦੇ ਰਹੇ ਆ, ਠੀਕ ਆ। ਉਸ ਤੋਂ ਬਾਅਦ ਲਗਭਗ ਜਿੱਦਾਂ ਕਿ ਇੱਕ ਭੈਣਾਂ ਦੀ ਅਸੀਂ ਹੈਲਪ ਕੀਤੀ ਸੀਗੀ, 3 ਭੈਣਾਂ ਵਾ। ਇੱਕ ਸਭ ਤੋਂ ਵੱਡੀ ਭੈਣ ਕਿਡਨੀ ਦੀ ਉਹਨੂੰ ਪ੍ਰੋਬਲਮ ਆ, ਔਰ ਸ਼ੀ ਇਜ਼ ਸਫਰਿੰਗ ਫਰੋਮ ਵੈਰੀ ਹਾਰਡ ਸੀਰੀਅਸ ਪ੍ਰੋਬਲਮਸ। ਸੋ ਉਹਨੂੰ ਅਸੀਂ 1,10,000 ਰੁਪਏ ਦੀ ਉਹਨਾਂ ਦੀ ਹੈਲਪ ਕੀਤੀ ਸੀ, ਕਿਉਂਕਿ ਉਹਨਾਂ ਦਾ ਘਰ ਚਲੋ ਗਿਰਵੀ ਪਿਆ ਹੋਇਆ ਸੀਗਾ। ਤੇ ਜਿੱਥੇ ਆਪਾਂ ਇਹ ਹੈਲਪ ਕੀਤੀ ਆ ਉਹਨਾਂ ਵਿੱਚ ਮੈਂ ਹੁਣੇ 2 ਨਾਮ ਮੈਂਸ਼ਨ ਕਰਨਾ ਚਾਹੁੰਦਾ ਜਿਹੜੇ ਵੀਰਾਂ ਨੇ ਸਾਡੇ ਉੱਥੇ ਹੈਲਪ ਕੀਤੀ ਸੀਗੀ। ਇੱਕ ਭਾਜੀ ਦਮਨਜੀਤ ਸਿੰਘ ਅਮਰੀਕਾ ਤੋਂ, ਰਿਪੂ ਭਾਜੀ ਆਸਟ੍ਰੇਲੀਆ ਤੋਂ, ਤੇ ਹਰਚਰਨ ਸਿੰਘ ਭਾਜੀ ਆਪਣਾ ਜਿਰਕਪੁਰ ਤੋਂ, ਤੇ ਇੱਕ ਰਕੇਸ਼ ਕੁਮਾਰ ਉਹਨਾਂ ਦੇ ਫਰੈਂਡ ਸੀਗੇ ਨਾਲ ਹੀ ਉਹਨਾਂ ਦੇ, ਠੀਕ ਆ। ਉਹਨਾਂ ਦੇ ਵੱਲੋਂ ਹੈਲਪ ਕੀਤੀ ਗਈ ਸੀਗੀ। ਔਰ ਮੈਂ ਆਪਣੀ ਵਾਲ ਦੇ ਉੱਤੇ ਪੋਸਟ ਪਾਈ ਹੋਈ ਆ 65,000 ਦੀ, ਤੇ 45,000 ਵਾਲੀ ਮੈਂ ਦੁਬਾਰਾ ਫੇਰ ਉਹਨਾਂ ਦੀ ਵੀਡੀਓ ਨਹੀਂ ਪਾਈ, ਬਟ ਉਹ ਮੈਂ ਉਹਨਾਂ ਨੂੰ ਜਿਨ੍ਹਾਂ ਨੇ ਸੇਵਾ ਭੇਜੀ ਸੀ ਉਹਨਾਂ ਨੂੰ ਛੋਟੇ ਕਲਿੱਪ ਬਣਾ ਕੇ ਉਹਨਾਂ ਨੂੰ ਪਰਸਨਲੀ ਸੈਂਡ ਕਰ ਦਿੱਤੇ ਸੀਗੇ।
ਉਸ ਤੋਂ ਬਾਅਦ ਕੁਝ ਭੈਣਾਂ ਦੇ ਲਈ ਮੈਂ ਵਿਆਹ ਤੇ ਹੈਲਪ ਕੀਤੀ, ਕਹਿ ਲਓ ਕਿ ਰਾਸ਼ਨ ਦੀ, ਪਲੱਸ ਨਾਲ 11,000 ਦਾ ਸਗਨ, ਪਲੱਸ ਮੈਂ ਗੱਡੀ ਦੇ ਵਿੱਚ ਤੇਲ ਪਾਉਂਦਾ ਰਿਹਾ ਆਪਣੀ, ਉਹ ਵੀ ਖਰਚੇ ਪਾ ਕੇ, ਪਲੱਸ ਮੈਂ ਮੈਡੀਕਲੀ ਹੈਲਪ ਕੀਤੀ ਜਾਂ ਕਿਸੇ ਦੀ ਮਤਲਬ ਜਿੱਦਾਂ ਦੀ ਵੀ ਹੈਲਪ ਕੀਤੀ, ਉਹ ਨੀਅਰ ਅਬਾਊਟ ਕੋਈ 1.5 ਲੱਖ ਰੁਪਇਆ ਉਹ ਹੈਲਪ ਕੀਤੀ। ਸੋ ਸੰਗਤ ਜੀ 9,92,000 ਰੁਪਇਆ ਮੇਰੇ ਕੋਲ ਟੋਟਲ ਆਇਆ। ਕੁਝ ਪੈਸੇ ਮੇਰੇ ਕੋਲ ਹਾਲੇ ਵੀ ਪਏ ਆ, ਕਿਉਂਕਿ 2 ਘਰਾਂ ਦਾ ਕੰਮ ਚੱਲ ਰਿਹਾ, ਜਿਹੜਾ ਉਹ ਪਾਖਰਪੁਰ ਦੇ ਵਿੱਚ ਤੇ ਇੱਕ ਲਾਲ ਸਿੰਘ ਤਲਵੰਡੀ। ਕੋਈ ਵੀ ਮੇਰਾ ਵੀਰ ਭਰਾ ਉੱਥੇ ਜਾ ਕੇ ਇਨਵੈਸਟੀਗੇਸ਼ਨ ਕਰਨਾ ਚਾਹੁੰਦਾ ਹੋਵੇ, ਜੀ ਸਦਕੇ ਕਰ ਸਕਦਾ ਵਾ। ਦੂਸਰੀ ਗੱਲ, ਮੇਰਾ ਨੰਬਰ ਜੋ ਕਿ ਮੈਂ ਹਰ ਇੱਕ ਪੋਸਟ ਦੇ ਥੱਲੇ ਸ਼ੇਅਰ ਕਰਦਾ ਰਿਹਾ, ਉਹ ਆਲਵੇਜ਼ ਔਨ ਰਹਿੰਦਾ ਵਾ, ਤੇ ਮੈਨੂੰ ਕੋਈ ਵੀ ਕੁਐਸਚਨ ਕਰਨਾ ਹੋਵੇ ਤੁਸੀਂ ਮੈਨੂੰ ਫੋਨ ਕਰਕੇ ਪੁੱਛ ਸਕਦੇ ਆ। ਰਹੀ ਗੱਲ ਇੱਕ, ਚਲੋ ਅਣਜਾਣ ਸੀਗੇ, ਬੱਚੇ ਆ, ਹਾਲੇ ਸੇਵਾ ਦੇ ਰਾਹ ਨੂੰ ਤੁਰੇ ਹੀ ਆ। ਜੇ ਅਸੀਂ ਕੋਈ ਗਲਤੀਆਂ ਕਰ ਰਹੇ ਆ ਜਾਂ ਕੀਤੀਆਂ, ਇਨਸਾਨ ਹੀ ਆ ਭਾਜੀ, ਰੱਬ ਨਹੀਂ ਆ, ਗਲਤੀਆਂ ਇਨਸਾਨ ਹੀ ਕਰਦਾ ਆ। ਤੁਸੀਂ ਸਾਨੂੰ ਸੁਜੈਸਟ ਕਰ ਸਕਦੇ ਸੀਗੇ, ਬਜਾਏ ਸਾਡੇ ਤੇ ਉਂਗਲਾਂ ਚੁੱਕਣ ਨੂੰ। ਹੋਣ ਜਦੋਂ ਕਿ ਲੋਕਡਾਊਨ ਡਿਊਰਿੰਗ ਕਿਸੇ ਨੇ ਕੋਈ ਸਵਾਲ ਨਹੀਂ ਉੱਠਿਆ, ਕਿਸੇ ਨੇ ਕੋਈ ਗੱਲ ਨਹੀਂ ਕੀਤੀ। ਉਸ ਦੌਰਾਨ 60 ਦਿਨਾਂ ਦੇ ਵਿੱਚ ਮੈਂ ਘਰ 'ਚ ਵੜ ਕੇ ਨਹੀਂ ਵੇਖਿਆ, ਪ੍ਰੋਪਰਲੀ ਸੌ ਕੇ ਨਹੀਂ ਦੇਖਿਆ, ਤੇ ਸਭ ਨੂੰ ਪਤਾ ਆ ਕਿ ਕਿਸੇ ਨੇ ਘਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਨਹੀਂ ਵੇਖਿਆ। ਸੋ ਚਲੋ ਇਹ ਸੰਗਤ ਜੀ, ਮੈਂ ਅੱਜ ਜੋ ਵੀ ਆ ਤੁਹਾਡੇ ਪਿਆਰ ਸਦਕਾ ਵਾਂ, ਤੇ ਮੈਂ ਹਮੇਸ਼ਾ ਰਿਸਪੈਕਟ ਕਰਦਾ ਉਹਨਾਂ ਵੀਰਾਂ ਦੀ, NRI ਵੀਰਾਂ ਦੀ, ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ, ਔਰ ਇੱਥੇ ਇੰਡੀਆ ਦੇ ਵਿੱਚ ਵੀ ਬਹੁਤ ਵੀਰ ਭਰਾ ਨੇ ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤਾ। ਔਰ ਮੈਂ ਕੁਝ ਅਮਾਊਂਟ ਦੱਸਣੀ ਚਾਹੁੰਦਾ ਵਾਂ ਆਪਣੇ ਵੱਲੋਂ, ਕਿਉਂਕਿ ਮੈਨੂੰ ਪੈਂਦਿਆਂ ਹੀ ਸੇਵਾ ਨਹੀਂ ਹੋਣੀ ਸ਼ੁਰੂ ਹੋ ਗਈ। ਕੋਵਿਡ ਦੇ ਵਿੱਚ ਮੈਂ ਆਪਣੇ ਫਰੈਂਡ ਸਰਕਲ ਨੂੰ, ਜਿਨ੍ਹਾਂ ਨੂੰ ਮੋਟੀਵੇਟ ਕੀਤਾ ਕਿ ਭਾਜੀ ਮੈਨੂੰ ਪਲੀਜ਼ ਮਤਲਬ ਕਿ ਹੁਣ ਆਪਾਂ ਆਹ ਕੰਮ ਦੇ ਵਿੱਚ ਲੱਗੇ ਆ, ਸੇਵਾ ਲਈ ਪੈਸੇ ਚਾਹੀਦੇ ਨੇ। ਉਹਨਾਂ ਵਿੱਚੋਂ ਮੇਰੇ ਵੱਡੇ ਭਾਜੀ ਔਰਮਿੰਦਰ ਸਿੰਘ ਵੇਰਕਾ ਨਿਊਜ਼ੀਲੈਂਡ ਤੋਂ, ਉਹਨਾਂ ਨੇ ਮੈਨੂੰ ਹੈਲਪ ਕਰਨੀ ਸਟਾਰਟ ਕੀਤੀ। 10,000 ਉਹਨਾਂ ਨੇ 2 ਵਾਰੀ ਪਾਇਆ, ਜਾਨੀ ਕਿ 20,000। ਡੈਰਿਕ ਜੌਨ ਨਿਊਜ਼ੀਲੈਂਡ ਤੋਂ 2 ਵਾਰੀ ਉਹਨਾਂ ਨੇ ਮੈਨੂੰ ਪੇਮੈਂਟ ਪਾਈ, ਟੋਟਲ ਅਮਾਊਂਟ ਹੈਗੀ ਆ 12,000। ਰਮਨਦੀਪ ਸਿੰਘ ਭਿੰਡਰ ਮੇਰੇ ਕਲਾਸਮੇਟ, 10,000 ਉਹਨਾਂ ਨੇ ਮੈਨੂੰ ਪਾਇਆ ਆਸਟ੍ਰੇਲੀਆ ਤੋਂ। ਜੋਬਨਪ੍ਰੀਤ ਸਿੰਘ ਭਾਜੀ ਆਸਟ੍ਰੇਲੀਆ ਤੋਂ, ਜਿਹੜੇ ਕਿ ਮੇਰੇ ਕੋਲ 17-18 ਫੈਮਲੀਆਂ ਆਲਰੇਡੀ ਡਨ ਨੇ, ਜਿਨ੍ਹਾਂ ਨੂੰ ਮੈਂ ਮੰਥਲੀ ਰਾਸ਼ਨ ਦੇਣਾ ਹੀ ਦੇਣਾ। ਇਹ ਭਾਜੀ ਨੇ ਮੈਨੂੰ ਹਰ ਮੰਥ 12,000 3 ਮੰਥ ਤੋਂ ਭੇਜ ਰਹੇ ਆ। ਨੀਟੂ ਭਾਜੀ ਇਟਲੀ ਤੋਂ 20,000 ਰੁਪਇਆ ਉਹਨਾਂ ਨੇ ਭੇਜਿਆ ਹੋਇਆ ਮੈਨੂੰ, ਟੋਟਲ ਅਮਾਊਂਟ 2-3 ਵਾਰੀ ਭੇਜੀ ਉਹਨਾਂ ਨੇ। ਗੁਰਪ੍ਰੀਤ ਸਿੰਘ ਭਾਜੀ US ਤੋਂ, ਜਿਨ੍ਹਾਂ ਨੇ ਮੈਨੂੰ ਫਸਟ ਟਾਈਮ 50,000 ਰੁਪਇਆ ਭੇਜਿਆ ਸੀਗਾ, ਜਿਹਦੇ ਵਿੱਚ ਮੈਂ ਪਹਿਲਾ ਘਰ ਬਣਾਇਆ। ਜਦੋਂ ਮੇਰੇ ਕੋਲ ਇੰਨੀ ਅਮਾਊਂਟ ਆਈ, ਤੇ ਅਸੀਂ ਉਸ ਇੱਕ ਲੋੜਵੰਦ ਪਰਿਵਾਰ ਸੀਗਾ, ਜਦੋਂ ਮੈਂ ਸੇਵਾ ਤੇ ਜਾਣਾ ਮੈਂ ਦੇਖਿਆ ਬੜਾ ਕੁਝ, ਤੇ ਉਹ ਮੈਂ ਉੱਥੇ ਲਾਈ। ਉਸ ਤੋਂ ਬਾਅਦ ਅਵਤਾਰ ਸਿੰਘ UK ਤੋਂ ਭਾਜੀ ਆ, ਉਹਨਾਂ ਦੀ ਮੇਰੇ ਕੋਲ ਹੁਣ ਤੱਕ 1,17,000 ਰੁਪਇਆ ਆ ਚੁੱਕਾ ਹੋਇਆ ਵਾ। ਉਹ ਉਸੇ ਘਰਾਂ ਦੇ ਵਿੱਚ ਲੱਗ ਰਿਹਾ, ਪਾਖਰਪੁਰ ਦੇ ਵਿੱਚ, ਜਿਹੜਾ ਮਾਤਾ ਜੀ ਦਾ ਘਰ ਬਣਾ ਰਹੇ ਆ। ਕੁਲਦੀਪ ਸਿੰਘ USA ਤੋਂ ਭਾਜੀ 75,000 ਰੁਪਇਆ ਉਹਨਾਂ ਦਾ ਮੇਰੇ ਅਕਾਊਂਟ 'ਚ ਆਇਆ। ਆ ਜਿਹੜੀਆਂ ਮੈਂ ਪੇਮੈਂਟਾਂ ਕੁਝ ਬੋਲੀਆਂ, ਇਹ ਸਾਰੀਆਂ ਮੇਰੇ ਅਕਾਊਂਟ ਦੀਆਂ ਸੀਗੀਆਂ। ਪਰਮਿੰਦਰ ਦੀਦੀ UK ਤੋਂ 20,000 ਰੁਪਇਆ ਉਹਨਾਂ ਦਾ ਆਇਆ। ਰਾਜਵੀਰ ਕੌਰ ਕੈਨੇਡਾ ਤੋਂ 12,000 ਰੁਪਇਆ ਉਹਨਾਂ ਦਾ ਆਇਆ। ਹਰਦੀਪ ਕੌਰ ਭੈਣ ਸਾਡੀ ਕੈਨੇਡਾ ਤੋਂ, ਉਹ ਭੈਣ ਨੇ ਮੈਨੂੰ 3 ਮਹੀਨੇ ਤੋਂ 4 ਮਹੀਨੇ ਤੋਂ ਉਹ ਵੀ ਪੈਸੇ ਕੰਟੀਨਿਊ ਭੇਜ ਰਹੇ, ਪੱਕੀ ਸੇਵਾ 10,000 ਰੁਪਇਆ। ਫਸਟ ਟਾਈਮ ਉਹਨਾਂ ਨੇ 5,000 ਭੇਜਿਆ ਸੀ, ਫਿਰ 10 ਭੇਜਿਆ। ਰਾਣਾ ਢਿੱਲੋਂ ਭਾਜੀ ਕੈਨੇਡਾ ਤੋਂ, ਭਾਜੀ ਦਾ 25,000 ਰੁਪਇਆ, ਜਿਹੜਾ ਉੱਥੇ ਆਪਣਾ ਘਰ ਬਣ ਰਿਹਾ ਵਾ ਲਾਲ ਸਿੰਘ ਤਲਵੰਡੀ। ਰਾਜ ਦੀਦੀ ਇੰਗਲੈਂਡ ਤੋਂ, ਰਾਣੀ ਦੀਦੀ ਇੰਗਲੈਂਡ ਤੋਂ, ਜਿਨ੍ਹਾਂ ਨੇ 30,000 ਇੱਕ ਭੇਜਿਆ, 15,000 ਇੱਕ ਭੇਜਿਆ ਮੈਨੂੰ। 30,000 ਰੁਪਇਆ ਇੱਕ ਗੁਪਤ ਸੀਗੀ ਸੇਵਾ, ਉਹ ਆਪਾਂ ਵੀਡੀਓ ਨਹੀਂ ਪਾਈ। ਭੈਣਾਂ ਸੀਗੀਆਂ 2 ਲੋੜਵੰਦ ਸੀਗੀਆਂ, ਕਾਲਜ 'ਚ ਪੜ੍ਹਨਾ ਸੀਗਾ, ਉੱਥੇ ਉਹਨਾਂ ਨੂੰ 30,000 ਰੁਪਏ ਦੀ ਮਦਦ ਕੀਤੀ, ਬਟ ਉਹਦੀ ਵੀਡੀਓ ਨਹੀਂ ਪਾਈ। ਇਸ ਕਰਕੇ ਕਿ ਧੀਆਂ ਜਦੋਂ ਪੜ੍ਹ ਲਿਖ ਕੇ ਕੁਝ ਬਣ ਜਾਣਗੀਆਂ ਤੇ ਵੈਲ ਐਂਡ ਗੁੱਡ। ਹੁਣ ਮੈਨੂੰ ਇਹ ਕੁਐਸਚਨ ਨਾ ਕਰਿਓ ਕਿ ਵਿਆਹ ਵਾਲੀਆਂ ਦੀ ਪਾ ਦਿੱਤੀ ਹੈ ਤੇ ਪੜ੍ਹਾਈ ਵਾਲੀ ਦੀ ਕਿਉਂ ਨਹੀਂ ਪਾਈ। ਵਿਆਹ ਇੱਕ ਪਾਉਣ ਦਾ ਕੰਮ ਸੀਗਾ, ਉੱਥੇ ਪਾਤੀ। ਤੇਗਵੀਰ ਸਿੰਘ ਕੈਨੇਡਾ ਤੋਂ, ਭਾਜੀ ਨੇ 20,000 ਰੁਪਇਆ ਮੈਨੂੰ ਸੇਵਾ ਪਾਈ ਆ, ਜਿਹੜੀ ਕਿ 10,000 ਰੁਪਇਆ ਉਹਨਾਂ ਦੀ ਰਾਸ਼ਨ ਦੇ ਵਿੱਚ ਲੱਗੀ, ਤੇ 10,000 ਰੁਪਇਆ ਉਹਨਾਂ ਦੀ ਉਸ ਘਰ ਦਾ ਜਿਹੜਾ ਲਾਲ ਸਿੰਘ ਤਲਵੰਡੀ ਦੇ ਵਿੱਚ ਕੰਮ ਚੱਲ ਰਿਹਾ ਹਾਲੇ, ਉੱਥੇ ਪਾਈ ਗਈ। ਉਸ ਤੋਂ ਬਾਅਦ ਸਾਡੀ ਇੱਕ ਭੈਣ ਆ ਅਮਰਜੀਤ ਕੌਰ ਜਰਮਨੀ ਤੋਂ,
ਉਹਨਾਂ ਨੇ ਮੈਨੂੰ 30,000 ਰੁਪਇਆ ਹੁਣ ਤੱਕ ਆ ਗਿਆ ਉਹਨਾਂ ਦਾ। ਦਮਨਜੀਤ ਸਿੰਘ ਭਾਜੀ US ਤੋਂ 35,000 ਰੁਪਇਆ ਤੇ ਰਿਪੂ ਭਾਜੀ 20,000 ਰੁਪਇਆ, 55,000 ਰੁਪਇਆ ਜਿਹੜਾ ਕਿ ਮੈਂ ਰੱਖੜੀ ਵਾਲੇ ਦਿਨ ਉਹਨਾਂ ਭੈਣਾਂ ਨੂੰ ਮਜੀਠਾ ਰੋਡ ਤੇ ਜਿਨ੍ਹਾਂ ਦਾ ਘਰ ਹੈ, ਜਿਨ੍ਹਾਂ ਦੀ ਕਿਡਨੀ ਦੀ ਪ੍ਰੋਬਲਮ ਸੀਗੀ, ਉਹਨਾਂ ਤੱਕ ਪਹੁੰਚਾਇਆ ਗਿਆ। ਹਰਚਰਨ ਸਿੰਘ ਭਾਜੀ ਜਿਹੜਾ ਮੈਂ ਪਹਿਲਾਂ ਦੱਸਿਆ ਕਿ 45,000 ਰੁਪਇਆ ਉਹਨਾਂ ਨੇ ਪਾਇਆ ਸੀ ਮੇਰੇ ਅਕਾਊਂਟ ਦੇ ਵਿੱਚ। ਟੋਟਲ ਉਹਨਾਂ ਦੇ ਕੋਲ ਗਿਆ ਜਿਹੜਾ ਕਿ 1,10,000 ਰੁਪਇਆ ਅਮਾਊਂਟ ਬਣਦੀ ਆ। ਉਸ ਤੋਂ ਬਾਅਦ ਚਾਹਤ ਕੌਰ ਸਾਡੇ ਇੱਥੋਂ ਦੇ ਏਰੀਏ ਤੋਂ ਹੀ, ਅੰਮ੍ਰਿਤਸਰ ਦੇ ਵਿੱਚੋਂ ਹੀ 10,000 ਰੁਪਇਆ ਉਹਨਾਂ ਦਾ ਕੈਸ਼ ਆਇਆ ਸੀਗਾ। ਰਾਮਤਲਾਈ ਚੌਂਕ ਅੰਮ੍ਰਿਤਸਰ ਦੇ ਵਿੱਚ 5,000 ਰੁਪਇਆ ਭੈਣ ਦਾ ਇੱਕ ਵਾਰੀ, ਤੇ 5,000 ਰੁਪਇਆ ਇੱਕ ਵਾਰੀ ਆਇਆ ਮੇਰੇ ਕੋਲ। ਮਾਨ ਭਾਜੀ US ਤੋਂ ਮੇਰੇ ਬ੍ਰਦਰ ਦਾ ਕਲਾਸਮੇਟ ਆ ਉਹ ਵੀਰ, 45,000 ਰੁਪਇਆ ਇੱਕ ਵਾਰੀ ਉਹਨਾਂ ਨੇ ਇਕੱਠਾ ਕਰਕੇ ਪਾਇਆ। 30,000 ਰੁਪਇਆ ਇੱਕ ਵਾਰੀ ਪਾਇਆ। ਜਿਹੜਾ 45,000 ਰੁਪਇਆ ਪਾਇਆ ਉਹ ਉਹਨਾਂ ਦਾ ਉਸੇ ਘਰ ਦੇ ਵਿੱਚ ਲੱਗ ਰਿਹਾ ਜਿਹੜਾ ਲਾਲ ਸਿੰਘ ਤਲਵੰਡੀ ਘਰ ਬਣ ਰਿਹਾ ਵਾ। ਲਵਜੋਤ ਕੈਨੇਡਾ ਮੇਰੀ ਬਹੁਤ ਹੀ ਪਿਆਰੀ ਫਰੈਂਡ ਆ, ਭੈਣਾਂ ਵਾਂਗ। 2 ਟਾਈਮ ਉਹਨਾਂ ਨੇ ਪੈਸੇ ਪਾਏ ਆ, 12-13,000 ਰੁਪਇਆ ਉਹਨਾਂ ਦੀ ਅਮਾਊਂਟ ਆ, ਸਮਥਿੰਗ ਮਤਲਬ 13,000 ਤੋਂ ਲੈਸ ਆ। ਪਰਮਿੰਦਰ ਕੌਰ ਭੈਣ ਕੈਨੇਡਾ ਤੋਂ, ਇਹਨਾਂ ਨੇ 15,000 ਰੁਪਇਆ ਮੈਨੂੰ ਇੱਕ ਵਾਰੀ ਪਾਇਆ, ਉਹ ਜਿਹੜਾ ਕਿ ਰਾਸ਼ਨ ਦੇ ਵਿੱਚ ਲੱਗਾ ਸੀਗਾ। ਉਸ ਤੋਂ ਬਾਅਦ ਗੁਰਪ੍ਰੀਤ ਸਿੰਘ ਭਾਜੀ USA ਨਿਊਯਾਰਕ ਤੋਂ ਆ। ਇਸ ਭਾਜੀ ਨੇ ਮੈਨੂੰ 7412 ਮਤਲਬ 15,000 ਰੁਪਇਆ ਇਹਨਾਂ ਨੇ ਪਾਇਆ। ਤੇ ਇੱਕ ਮੇਰਾ ਵੀਰ ਆ, ਅਸੀਂ ਕਲਾਸਮੇਟ ਰਹੇ ਇਕੱਠੇ, ਮਨਪ੍ਰੀਤ ਸਿੰਘ, 7,000 ਰੁਪਏ ਦੀ ਇੱਕ ਉਹਨਾਂ ਨੇ ਅਮਾਊਂਟ ਮੈਨੂੰ ਕੈਸ਼ ਇੱਥੇ ਦਿੱਤੀ ਸੀਗੀ ਅੰਮ੍ਰਿਤਸਰ। ਉਹਨਾਂ ਦੇ ਰਿਲੇਟਿਵਸ ਨੇ 2,100 ਰੁਪਇਆ ਉਹਨਾਂ ਨੇ ਮੇਰੇ ਅਕਾਊਂਟ ਦੇ ਵਿੱਚ ਪਾਇਆ, ਔਰ ਉਹ ਮੇਬੀ ਹਰ ਮੰਥ ਪਾਉਂਦੇ ਰਹਿਣ, ਕਿਉਂਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਮੇਰੇ ਕੋਲ ਨੀਅਰ ਅਬਾਊਟ 16-17 ਤੇ ਪਲੱਸ 3-4 ਫੈਮਲੀਆਂ ਹੋਰ ਆ ਜਿਨ੍ਹਾਂ ਨੂੰ ਸਿਰਫ ਇਹ ਕਿਹਾ ਵਾ ਕਿ ਜਦੋਂ ਤੱਕ ਤੁਹਾਡੀ ਇਹ ਪ੍ਰੋਬਲਮ ਆ ਉਦੋਂ ਤੱਕ ਤੁਹਾਡੇ ਘਰੇ ਰਾਸ਼ਨ ਪਹੁੰਚੇਗਾ, ਉਸ ਤੋਂ ਬਾਅਦ ਨਹੀਂ। ਚਲੋ ਸਾਧ ਸੰਗਤ ਜੀ, ਮੈਂ ਇੰਨਾ ਕੁ ਆਪਣਾ ਹਿਸਾਬ ਦਿੰਦਾ ਹੋਇਆ ਤੁਹਾਡੇ ਤੋਂ ਮਾਫੀ ਮੰਗਦਾ ਜੇ ਮੇਰੇ ਕੋਲ ਕਿਤੇ ਭੁੱਲ ਭੁਲੇਖੇ 'ਚ ਕੋਈ ਗਲਤ ਬੋਲਿਆ ਗਿਆ ਹੋਵੇ। ਬਾਕੀ ਸੰਗਤ ਆ, ਸੰਗਤ ਹੀ ਪਿਆਰ ਦਿੰਦੀ ਆ ਤੇ ਸੰਗਤ ਹੀ ਬਖਸ਼ਣਹਾਰ ਆ ਕਿ ਜੇਕਰ ਮੇਰੇ ਕੋਲ ਕੋਈ ਗਲਤੀ ਹੋਈ ਹੋਵੇ ਸੇਵਾ ਦੇ ਦੌਰਾਨ ਤੇ ਮੈਂ ਮਾਫੀ ਚਾਹੁੰਦਾ। ਹੁਣ ਮੇਰੇ ਕੁਝ ਕੁਐਸਚਨ ਨੇ, ਕਿਉਂਕਿ ਮੈਨੂੰ ਕੁਝ ਦਿਨਾਂ ਤੋਂ ਕਿਸੇ ਵੀਰ ਨੇ ਮੇਰੀ ਮਤਲਬ ਕਿ ਐਕਚੁਅਲੀ ਮੇਰੀ ਤੇ ਚਲੋ ਜੋ ਮੇਰੀ ਉਮਰ ਕੋਈ 30 ਸਾਲ ਆ, ਮੇਰੀ ਤੇ ਚਲੋ ਜੋ ਕਿਆ ਪਰ ਮੇਰੇ ਬਾਪ ਨੂੰ, ਮੇਰੇ ਪਿਤਾ ਨੂੰ ਇੰਨੀ ਕੁ ਜ਼ਿਆਦਾ ਠੇਸ ਪਹੁੰਚਾਈ ਨਾ ਕਿ ਉਸ ਇਨਸਾਨ ਨੇ 30 ਸਾਲ ਉਹ 2 ਮੰਜ਼ਲੀ ਘਰ ਖੜਾ ਕਰਦਿਆਂ, ਉਹਨੂੰ ਤਿਆਰ ਕਰਦਿਆਂ ਉਹਦੀ ਉਮਰ ਦਾੜੀ ਚਿੱਟੀ ਹੋ ਗਈ ਆ, ਪਰ 5 ਮਿੰਟਾਂ ਦੇ ਵਿੱਚ ਰੋਲ ਦਿੱਤਾ, ਸਾਰਾ ਕੁਝ ਰੋਲ ਦਿੱਤਾ, ਜਿਹਨੂੰ ਕਹਿੰਦੇ ਕਿ ਰੋਲ ਹੀ ਦਿੱਤਾ, ਕਿ ਕੌਡੀਆਂ ਦੇ ਭਾਅ ਕਰਤੀ ਉਹਦੀ ਮਿਹਨਤ। ਉਸ ਇਨਸਾਨ ਨੇ, ਜਿਸ ਕਿਸੇ ਵੀਰ ਨੇ ਕਿਹਾ ਸੀਗਾ ਕਿ ਉਹਦਾ ਪਿਓ ਇੱਕ ਰਾਜਗੀਰੀ ਦਾ ਕੰਮ ਕਰਦਾ, ਬਿਲਕੁਲ ਕਰਦੇ ਆ, ਬਟ ਉਹ ਜਿਹੜੀ ਇਨਫੋਰਮੇਸ਼ਨ ਸੀਗੀ ਉਹ ਕਦੋਂ ਦੀ ਸੀਗੀ? 1985, 80, 82 ਦੀਆਂ ਇਹ ਗੱਲਾਂ ਨੇ। ਅੱਜ ਦੀ ਡੇਟ ਦੇ ਵਿੱਚ ਮੇਰੇ ਫਾਦਰ ਸਾਹਿਬ ਠੇਕੇਦਾਰ ਨੇ। ਮੇਰੇ ਫਾਦਰ ਸਾਹਿਬ ਬਹੁਤ ਵਧੀਆ ਅਰਨਿੰਗ ਕਰਦੇ ਆ, ਠੀਕ ਹੈ, ਬਹੁਤ ਵਧੀਆ ਕਮਾਈ ਕਰਦੇ ਆ। ਜੇ ਇੱਕ ਥਾਂ ਤੇ ਮੈਨੂੰ ਵੀ ਕਿਹਾ ਗਿਆ ਕਿ ਇਹ ਕੰਪਾਊਂਡਰ ਦੀ ਡਿਊਟੀ ਕਰਦਾ ਹੁੰਦਾ ਸੀ ਜਾਂ ਨੌਕਰੀ ਕਰਦਾ ਹੁੰਦਾ ਸੀ 6,000 ਰੁਪਏ ਦੇ, ਉਹ ਟਾਈਮ ਦੀਆਂ ਤੁਸੀਂ ਗੱਲਾਂ ਕਰਦੇ ਹੋ 2002 ਤੋਂ ਲੈ ਕੇ 2003-04 ਦੀਆਂ। ਬਿਲਕੁਲ ਮੈਂ ਕਰਦਾ ਹੁੰਦਾ ਸੀਗਾ, ਕਿਉਂਕਿ ਮੈਨੂੰ ਮੈਡੀਕਲ ਲਾਈਨ ਦੇ ਨਾਲ ਬਹੁਤ ਪਿਆਰ ਸੀਗਾ ਤੇ ਮੇਰੇ ਬੜੇ ਮਾਣਯੋਗ, ਮੈਂ ਉਹਨਾਂ ਨੂੰ ਆਪਣਾ ਰੱਬ ਸਮਝਦਾ ਵਾਂ। ਬਿਮਲ ਨਰਸਿੰਗ ਹੋਮ ਹੁੰਦਾ ਸੀਗਾ ਸਾਡੇ ਤਰਨਤਾਰਨ ਰੋਡ ਅੰਮ੍ਰਿਤਸਰ ਤੇ, ਜਿੱਥੋਂ ਮੈਂ ਆਪਣੀ ਇਸ ਕੈਰੀਅਰ ਨੂੰ ਤੁਰਿਆ। ਉਸ ਤੋਂ ਬਾਅਦ 2006 ਦੇ ਵਿੱਚ ਮੇਰਾ ਸਫ਼ਰ ਸ਼ੁਰੂ ਹੁੰਦਾ ਹੈ ਅਬਰੋਡ ਦਾ, ਜਿੱਥੇ ਕਿ ਮੈਂ ਸਾਈਪਰਸ ਗਿਆ। ਉਸ ਤੋਂ ਬਾਅਦ ਮੈਂ 4 ਸਾਲ 3.5 ਸਾਲ ਮੈਂ ਇੰਗਲੈਂਡ ਵਿੱਚ ਰਿਹਾ। ਚਲੋ ਕਿਸਮਤ ਮਾੜੀ ਕਹਿ ਲਓ, ਕੋਈ ਹੋਊਗੀਆਂ, ਪਰਮਾਤਮਾ ਨੇ ਰੋਟੀ ਉਨੀ ਕੁ ਲਿਖੀ ਸੀਗੀ, ਮੁੜ ਆਪਾਂ ਆਪਣੀ ਵਾਪਸ ਧਰਤੀ 'ਤੇ ਆ ਗਏ। ਉਸ ਤੋਂ ਬਾਅਦ ਫੇਰ ਖੈਰ ਮੇਰੇ ਫਾਦਰ ਸਾਹਿਬ ਨੇ ਮੇਰੇ ਲਈ ਬਹੁਤ ਕੁਝ ਕੀਤਾ। ਉਹਨਾਂ ਨੇ ਮੈਨੂੰ ਫੇਰ ਕਿ ਚੱਲ ਮਨਾ, ਮਤਲਬ ਕਿਉਂਕਿ ਦਿਲ ਜਿਹੜਾ ਇੱਕ ਵਾਰੀ ਇਨਸਾਨ ਬਾਹਰੋਂ ਹੋ ਆਉਂਦਾ ਉਹਦਾ ਦਿਲ ਨਹੀਂ ਮੰਨਦਾ ਇੱਥੇ ਇੰਡੀਆ 'ਚ। ਚਲੋ ਫਾਦਰ ਸਾਹਿਬ ਨੇ ਫੇਰ ਸਿੰਗਾਪੁਰ ਭੇਜਿਆ, ਪਰ ਉਹ ਸੌਰੀ ਟੂ ਸੇ ਬਟ ਕੰਪੈਰੀਜ਼ਨ ਟੂ ਇੰਗਲੈਂਡ ਐਂਡ ਸਿੰਗਾਪੁਰ ਇਟਸ ਅ ਬਿਗ ਨਾ ਡਿਫਰੈਂਸ। ਤੇ ਚਲੋ ਮੇਰਾ ਉੱਥੇ ਮਨ ਨਹੀਂ ਟਿਕਿਆ, ਮੈਂ ਮਹੀਨੇ ਕੁ ਬਾਅਦ ਆ ਗਿਆ। ਉਸ ਤੋਂ ਬਾਅਦ ਬੜੇ ਪਾਪੜ ਵੇਲੇ ਆਪਣੀ ਲਾਈਫ ਦੇ ਵਿੱਚ, ਬਹੁਤ ਕੁਝ ਵੇਖਿਆ, ਚੰਗੇ ਮਾੜੇ ਦਿਨ ਵੀ ਬਹੁਤ ਵੇਖੇ, ਪਰ ਸ਼ਾਬਾਸ਼ ਉਸ ਪਿਓ ਦੇ ਕਿ ਉਹਨੇ ਕਦੀ ਵੀ ਮੈਨੂੰ ਨੀਵਾਂ ਨਹੀਂ ਪੈਣ ਦਿੱਤਾ ਕਿਤੇ। ਕੋਈ ਹਰ ਇੱਕ ਖੁਸ਼ੀ ਮੇਰੀ ਪੂਰੀ ਕੀਤੀ। ਸੰਗਤ ਜੀ 2011 ਦੇ ਵਿੱਚ
ਮੇਰੇ ਫਾਦਰ ਸਾਹਿਬ ਨੇ ਮੈਨੂੰ ਬੁਲਟ ਲੈ ਕੇ ਦਿੱਤਾ ਸੀਗਾ। ਆਪਣਾ ਅਮਨਦੀਪ ਹਸਪੀਟਲ ਅੰਮ੍ਰਿਤਸਰ ਦੇ ਲਾਗੇ ਇੱਕ ਹੈਗੀ ਆ ਏਜੰਸੀ ਰਾਇਲ ਐਨਫੀਲਡ ਦੀ, ਉੱਥੋਂ 2011 ਦੇ ਵਿੱਚ ਲਿਆ ਸੀਗਾ ਬੁਲਟ, ਜਿਹੜਾ ਕਿ ਮੈਂ ਪਿਛਲੇ 3 ਮਹੀਨੇ ਪਹਿਲਾਂ ਵੇਚਿਆ। ਔਰ ਮੈਂ ਵੇਚਿਆ ਸਿਮਰਨ ਮੋਟਰਸ ਅੰਮ੍ਰਿਤਸਰ ਦੇ ਵਿੱਚ। ਮਾੜਾ ਜਿਹਾ ਮੇਰਾ ਵੀਰ ਜੇ ਪਲੀਜ਼ ਇਹਨੂੰ ਦੇਖ ਸਕਦੇ ਹੋ ਤੇ ਚੈੱਕ ਕਰ ਲੈਣਾ। ਇਹ ਮੈਂ ਬੁਲਟ ਇੱਕ 65,000 ਦੀ 65,000 ਦਾ ਇਹ ਬੁਲਟ ਵੇਚ ਕੇ ਤੇ ਮੈਂ ਆਪਣਾ ਨਵਾਂ ਬੁਲਟ ਬੁੱਕ ਕਰਵਾਇਆ ਸੇਮ ਡੇ। ਤੇ ਜਿਹੜਾ ਕਿ ਬੁਲਟ ਅੱਜ ਮੇਰੇ ਘਰੇ ਖੜਾ ਵਾ ਤੇ ਉਹਦੀ 9700 ਰੁਪਈਆ ਕਿਸ਼ਤ ਵੀ ਮੇਰੇ ਅਕਾਊਂਟ 'ਚੋਂ ਜਾ ਰਹੀ ਆ। ਦੂਸਰੀ ਗੱਲ, ਮੇਰੀ ਵਰਨਾ ਤੇ ਸਵਾਲ ਉੱਠੇ ਕਿ ਇਹਨੇ ਲੋਕਡਾਊਨ ਦੇ ਵਿੱਚ ਵਰਨਾ ਗੱਡੀ ਲੈ ਲਈ। ਸਾਧ ਸੰਗਤ ਜੀ, ਮੈਂ ਉਹਨਾਂ ਵੀਰਾਂ ਭਰਾਵਾਂ ਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਮੇਰੇ ਕੋਲ ਵਰਨਾ ਤੋਂ ਪਹਿਲਾਂ ਇੱਕ ਗੱਡੀ ਹੁੰਦੀ ਸੀ ਫੋਰਡ ਫੀਗੋ ਬਲੈਕ ਰੰਗ ਦੀ, ਜਿਹਦਾ ਕਿ ਨੰਬਰ ਸੀਗਾ PB05Z 6369। ਬਟ ਉਹ ਮੈਂ ਗੱਡੀ ਲਈ ਆ 2/7/2014 ਦੇ ਵਿੱਚ, ਜਦ ਕਿ ਮੇਰਾ ਐਕਸੀਡੈਂਟ ਹੁੰਦਾ ਵਾ 8 ਮਈ 2016 ਨੂੰ, ਜਿੱਥੇ ਕਿ ਮੇਰੀ ਗੱਡੀ ਰਾਈਟ ਆਫ ਹੋ ਜਾਂਦੀ ਆ। ਮੇਰੇ ਆ ਸਾਰੇ ਮੂੰਹ ਦੇ ਵਿੱਚ ਪਲੇਟਾਂ ਪਈਆਂ, ਲਾਈਕ ਕਾਫੀ ਨਿਕਲ ਗਈਆਂ, ਸਿਰਫ ਆ 2 ਹੈਗੀਆਂ ਵਾ। ਮੈਂ ਵੀ ਮਰਨੋਂ ਬਚਿਆ, ਪਰਮਾਤਮਾ ਨੇ ਰੱਖਿਆ, ਵਾਹਿਗੁਰੂ ਨੇ ਸ਼ਾਇਦ ਅੱਜ ਆਹ ਦਿਨ ਵਿਖਾਉਣਾ ਹੈਗਾ, ਠੀਕ ਆ। ਉਸ ਤੋਂ ਬਾਅਦ ਮੈਂ ਮੇਰੇ ਇਹਦਾ ਕਲੇਮ ਲਿਆ, ਬਹੁਤ ਮੁਸ਼ਕਲ ਨਾਲ ਲਿਆ। ਤੁਹਾਨੂੰ ਪਤਾ ਇੰਡੀਆ ਦੇ ਵਿੱਚ ਕਲੇਮ ਲੈਣੇ ਕੋਈ ਛੋਟੀ ਗੱਲ ਨਹੀਂ ਹੈ। ਚਲੋ ਉਹ ਕਲੇਮ ਲਿਆ, ਉਹਦੇ ਵਿੱਚ ਜਿਹੜੀ ਮੈਂ ਗੱਡੀ ਲਈ ਆਪਣੀ ਵਰਨਾ, 6.25 ਲੱਖ ਰੁਪਇਆ ਡਾਊਨ ਪੇਮੈਂਟ ਕਰਕੇ ਆਪਾਂ ਉੱਥੇ ਗੱਡੀ ਲਈ ਆ। 16 ਜਨਵਰੀ ਨੂੰ ਗੱਡੀ 16 ਜਨਵਰੀ 2017 ਨੂੰ ਮੈਂ ਗੱਡੀ ਉੱਥੋਂ ਏਜੰਸੀ 'ਚ ਲੈਣਾ। ਮੇਰੀ ਪੋਸਟ, ਮੇਰੀ ਐਕਸੀਡੈਂਟ ਵਾਲੀ ਪੋਸਟ ਵੀ ਹੈ ਮੇਰੀ ਫੇਸਬੁੱਕ ਤੇ ਇਹ ਗੱਡੀ ਵਾਲੀ ਵੀ ਪੋਸਟ ਆ। ਔਰ ਮੈਂ ਆਪਣੇ ਫਾਦਰ ਸਾਹਿਬ ਦਾ ਅਕਾਊਂਟ ਐਕਸਿਸ ਬੈਂਕ ਤੋਂ ਹੈਗਾ ਵਾ, ਜਿਹੜਾ ਮੇਰਾ ਲੋਨ ਅਪਰੂਵਡ ਆ। ਮੈਂ ਇੱਕ ਵਾਰੀ ਤੁਹਾਨੂੰ ਨਾ ਵੈਸੇ ਆਪਣਾ ਅਕਾਊਂਟ ਨੰਬਰ ਬੋਲ ਕੇ ਦੱਸ ਦਵਾਂ। ਸਤਨਾਮ ਸਿੰਘ ਦਾ ਨਾਮ ਤੇ ਅਕਾਊਂਟ ਨੰਬਰ ਆ 91601007064547 ਮੈਂ ਫੇਰ ਰਿਪੀਟ ਕਰਦਾ 91601007064547 ਰਿਪੀਟ ਮੈਂ ਇਸ ਕਰਕੇ ਕੀਤਾ ਕਿ ਕੁਝ ਵੀਰਾਂ ਨੇ ਮੇਰੀਆਂ ਅਕਾਊਂਟ ਦੀਆਂ ਡਿਟੇਲਾਂ ਪਾਤੀਆਂ ਉਹਦੇ ਉੱਤੇ ਨੈਟ ਤੇ, ਔਰ ਇਟ ਵਾਸ ਵੈਰੀ ਟਰੂ, ਸੱਚ ਹੈ ਜੋ ਉਹਨਾਂ ਨੇ ਪਾਇਆ। ਸੋ ਮੈਂ ਇਹ ਅਕਾਊਂਟ ਤਾਂ ਦਿੱਤਾ ਕਿ ਚਲੋ ਭਾਜੀ ਜੇਕਰ ਤੁਸੀਂ ਇਹ ਫਾਈਂਡ ਆਊਟ ਕਰ ਸਕਦੇ ਆ ਮੇਰਾ ਅਕਾਊਂਟ ਵੀ, ਤੇ ਵਾਈ ਨਾਟ ਤੁਸੀਂ ਮੇਰੇ ਫਾਦਰ ਸਾਹਿਬ ਦਾ ਫਾਈਂਡ ਆਊਟ ਕਰ ਸਕਦੇ ਹੋ। ਸੋ ਪਲੀਜ਼ ਟਰਾਈ ਯੂਰ ਬੈਸਟ ਐਂਡ ਕਮ ਟੂ ਦਾ ਪੁਆਇੰਟ ਕਿ ਜਿਹੜਾ ਤੁਸੀਂ ਜਾਣਨਾ ਚਾਹੁੰਦੇ ਸੀਗੇ ਇਹਦੇ ਵਿੱਚ। ਖੈਰ, ਇਹ ਮੇਰੀ ਗੱਡੀ ਦੀ ਕਿਸ਼ਤ 17,574 ਰੁਪਏ ਅੱਜ ਵੀ ਜਾ ਰਹੀ ਆ, ਔਰ ਇਹ ਮੈਂ ਨਹੀਂ ਦੇ ਰਿਹਾ, ਮੇਰੇ ਫਾਦਰ ਸਾਹਿਬ ਦੇ ਰਿਹਾ। ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਮੈਂ ਜੋ ਅੱਜ ਵੀ ਜੋ ਕੁਝ ਵੀ ਹੈ ਨਾ, ਅੱਜ ਮੈਂ ਆਪਣੇ ਪਿਓ ਦੇ ਸਿਰ ਤੇ ਆ। ਜਿੰਨੀ ਕੁ ਮੇਰੀ ਕਮਾਈ ਹੈ ਨਾ, ਮੈਂ ਉਹਨਾਂ ਸਿਰਫ ਆਪਣੇ ਖਰਚੇ ਚੱਲ ਸਕਦਾ, ਛੋਟੇ ਮੋਟੇ। ਉਸ ਤੋਂ ਬਾਅਦ ਮੇਰੇ ਘਰ ਤੇ ਬਲੇਮ ਲੱਗਾ ਕਿ ਘਰ ਦੇ ਵਿੱਚ ਸੋਫੇ ਬਣ ਗਏ, ਘਰ ਦੇ ਵਿੱਚ ਰਸੋਈ ਬਣ ਗਈ ਆ। ਭਾਜੀ ਇੱਕ ਨਿੱਕੀ ਜੀ ਗੱਲ ਦੱਸਿਓ ਯਾਰ, ਕਿ ਮੰਨ ਲਓ ਮੇਰੇ ਕੋਲ ਸੇਵਾ ਦੇ ਪੈਸੇ ਆਉਣ ਡਿਆ ਪਏ ਤੇ ਮੈਂ ਧੜਾ ਧੜ ਘਰੇ ਲਾਉਣ ਡਿਆ ਪਊਂਗਾ। ਯਾਰ ਦੁਨੀਆ ਅੰਨੀ ਥੋੜੀ ਆ, ਲਾਗੇ ਚਾਗੇ ਤੇ ਦਿਖਦਾ ਹੀ ਆ ਨਾ ਕਿ ਇਹ ਇਨਸਾਨ ਕੀ ਹੀਗਾ ਤੇ ਇੱਕਦਮ ਕੀ ਕਰਨ ਡਿਆ ਪਿਆ। ਸੋ ਮੈਂ ਆਪਣੇ ਚਾਹਣ ਵਾਲਿਆਂ ਨੂੰ ਇੱਕ ਗੱਲ ਕਲੀਅਰ ਕਰਨੀ ਚਾਹੁੰਦਾ ਵਾਂ, ਇਹ ਮੇਰੇ ਮੰਮਾ ਦਾ ਤੇ ਮੇਰੇ ਫਾਦਰ ਸਾਹਿਬ ਦਾ ਇੱਕ ਸਾਂਝਾ ਅਕਾਊਂਟ ਆ ਇਲਾਹਾਬਾਦ ਬੈਂਕ ਦੇ ਵਿੱਚ, ਕਰੜਾ ਆਲੂਵਾਲੀਆ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ। ਇੱਕ ਮੈਂ ਚੀਜ਼ ਦਿਖਾਉਣੀ ਚਾਹੁੰਦਾ, ਜੇ ਤੁਸੀਂ ਦੇਖ ਸਕਦੇ ਹੋ, ਇਹ FD ਆ ਇੱਕ, ਜਿਹੜੀ ਕਿ 3 ਲੱਖ ਦੀ FD ਅਸੀਂ ਕਰਵਾਉਂਦੇ ਆ 6/11/2019 ਦੇ ਵਿੱਚ, ਤੇ ਉਹਨੂੰ ਤੜਵਾਇਆ ਜਾਂਦਾ ਵਾ 10/6/2020 ਦੇ ਵਿੱਚ, ਤੇ 27 ਜੂਨ ਨੂੰ ਮੇਰੇ ਘਰੇ ਮਿਸਤਰੀ ਲੱਗਣੇ ਸ਼ੁਰੂ ਹੁੰਦੇ ਆ। ਇੱਕ ਵਾਰੀ ਮੈਂ ਫੇਰ ਤੁਹਾਨੂੰ ਦਿਖਾ ਦਵਾਂ ਪਲੀਜ਼, ਜੇਕਰ ਕਿਸੇ ਨੂੰ ਨੈਟਵਰਕ ਦੀ ਪ੍ਰੋਬਲਮ ਹੋਵੇ ਤੇ ਮੈਂ ਸੌਰੀ ਹਾਂ ਉਹਦੇ ਲਈ। ਓਕੇ, ਉਸ ਤੋਂ ਬਾਅਦ ਇੱਕ ਹਾਂਜੀ, ਹੁਣ ਮੈਂ ਤੁਹਾਨੂੰ ਇੱਕ ਕਲੈਰੀਫਿਕੇਸ਼ਨ ਦੇਣੀ ਚਾਹੁੰਦਾ
ਮੇਰੀ ਜੌਬ ਦੇ ਰਿਗਾਰਡਿੰਗ, ਜਿੱਥੇ ਕਿਹਾ ਗਿਆ ਕਿ ਮੈਂ 6000 ਰੁਪਇਆ ਕਮਾਈ ਕਰਦਾ। ਠੀਕ ਆ, ਮੈਂ ਮੰਨ ਗਿਆ ਉਹ ਗੱਲ, ਪਰ ਉਹ ਗੱਲ ਸੀਗੀ 2002, 4, 5 ਦੀਆਂ। ਔਰ ਮੈਂ ਸਾਧ ਸੰਗਤ ਜੀ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣੀ ਚਾਹੂੰਗਾ। ਇਹ ਮੇਰੇ ਯੈਸ ਬੈਂਕ ਦੀ ਅਕਾਊਂਟ ਦੀ ਸਟੇਟਮੈਂਟ ਆ, ਜਿੱਥੇ ਮੇਰੀ ਸੈਲਰੀ ਆਉਂਦੀ ਆ। ਔਰ ਮੈਂ ਤੁਹਾਨੂੰ ਆਪਣੀਆਂ ਸੈਲਰੀਆਂ ਦਿਖਾ ਦਿੰਦਾ ਵਾਂ। ਜੇ ਮਤਲਬ ਮੇਰੇ ਕੋਲੋਂ ਕੋਈ ਵੀ ਵੀਰ ਭਰਾ ਚਾਹੇ ਮੈਨੂੰ WhatsApp ਕਰ ਸਕਦਾ, ਨੋ ਇਸ਼ੂ। ਔਰ ਸਾਧ ਸੰਗਤ ਜੀ ਮੈਂ ਤੁਹਾਨੂੰ ਇੰਨਾ ਕੁ ਦੱਸਦਾ ਕਿ ਮੇਰੀ ਜਿਹੜੀ ਪੇ ਆ, ਇਹ ਦੇਖ ਸਕਦੇ ਹੋ ਤੁਸੀਂ, 25000 ਰੁਪਇਆ ਮੇਰੀ ਪੇ ਆ। 25 ਤੋਂ 26000 ਰੁਪਇਆ ਮੇਰੀ ਪੇ ਆ, ਜੋ ਮੇਰੀ ਮਹੀਨੇ ਦੀ ਮੇਰੇ ਅਕਾਊਂਟ ਦੇ ਵਿੱਚ ਆਉਂਦੀ ਆ। ਯੈਸ ਬੈਂਕ ਦੇ ਵਿੱਚ ਮੇਰਾ ਅਕਾਊਂਟ ਆ। ਹਾਂ, ਮੈਂ ਉਹਨਾਂ ਵੀਰਾਂ ਲਈ ਆਪਣਾ ਇੱਕ ਵਾਰੀ ਇਹ ਨੰਬਰ ਵੀ, ਅਕਾਊਂਟ ਨੰਬਰ ਵੀ ਬੋਲ ਦਿੰਦਾ ਵਾਂ ਕਿ ਇਹ ਵੀ ਸਟੇਟਮੈਂਟ ਤੁਸੀਂ ਜਿੱਥੋਂ ਮੇਰੀ PNB ਦੀਆਂ ਲਈਆਂ ਇਹ ਵੀ ਲੈ ਸਕਦੇ ਹੋ। ਮੇਰਾ ਅਕਾਊਂਟ ਨੰਬਰ ਹੈਗਾ ਯੈਸ ਬੈਂਕ ਦੇ ਵਿੱਚ 03519610000675। ਮੈਂ ਦੁਬਾਰਾ ਰਿਪੀਟ ਕਰ ਲੱਗਾ, 03519610000675। ਸੋ ਮੇਰਾ ਵੀ ਇਹ ਵੀ ਸਟੇਟਮੈਂਟ ਕੱਢ ਕੇ ਤੁਸੀਂ ਜ਼ਾਹਿਰ ਕਰ ਸਕਦੇ ਆ, ਜਨਤਕ ਕਰ ਸਕਦੇ ਆ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਪਰ ਬੜਾ ਦਿਲ ਦੁਖੀ ਹੋਇਆ ਕਿਉਂਕਿ ਇਸ ਵੇਲੇ ਮੈਂ ਸਿਰਫ ਇਹ ਰਾਹ ਤੇ ਹਾਲੇ ਤੁਰੇ ਹੀ ਸੀਗੇ, ਸਿਰਫ ਹਾਲੇ ਤੁਰਨਾ ਸਿੱਖ ਰਹੇ ਸੀਗੇ। ਪਤਾ ਨਹੀਂ, ਚਲੋ ਮੈਂ ਮੰਨਦਾ ਗਲਤੀਆਂ ਹੋਈਆਂ ਹੋਣਗੀਆਂ, ਇਨਸਾਨ ਹੀ ਆ, ਰੱਬ ਨਹੀਂ ਆ, ਭਗਵਾਨ ਨਹੀਂ ਆ, ਕਰਤੀਆਂ ਹੋਣਗੀਆਂ। ਪਰ ਸਾਨੂੰ ਯਾਰ ਤਰੀਕੇ ਨਾਲ ਦੱਸ ਦੇ, ਫੋਨ ਕਰ ਦਿੰਦੇ। ਮੇਰਾ ਫੋਨ ਹਮੇਸ਼ਾ ਆਨ ਰਹਿੰਦਾ, ਮੈਨੂੰ ਕੋਈ ਇੱਕ ਫੋਨ ਨਹੀਂ ਆਇਆ ਕਿ ਕਿਸੇ ਨੇ ਮੈਨੂੰ ਸਿੱਖਿਆ ਦਿੱਤੀ ਹੋਵੇ, ਤੇ ਕਿਸੇ ਨੇ ਮੈਨੂੰ ਮਾੜਾ ਵੀ ਨਹੀਂ ਕਿਹਾ। ਮੈਂ ਸੌਰੀ ਟੂ ਸੇ, ਮੈਨੂੰ ਕਿਸੇ ਨੇ ਕਦੀ ਅੱਜ ਤੱਕ ਮਾੜਾ ਵੀ ਨਹੀਂ ਫੋਨ ਤੇ ਕਿਹਾ। ਅੱਜ ਵੀ ਮੇਰਾ ਫੋਨ ਆਨ ਹੈ। ਮੇਰਾ ਵੀਰ ਕੋਈ ਵੀ ਗੱਲ ਕਰਨੀ ਚਾਹੁੰਦਾ, ਕਿਸੇ ਦੇ ਦਿਲ ਦਿਮਾਗ ਦੇ ਵਿੱਚ ਕਿਸੇ ਤਰੀਕੇ ਦੀ ਵੀ ਭੇਦ ਭਾਵਨਾ ਹੋਵੇ ਤੇ ਮੇਰੇ ਨਾਲ ਬੇਝਿਜਕ ਗੱਲ ਕਰ ਸਕਦਾ। ਐਂਡ ਲਾਸਟ ਗੱਲ ਤੇ ਉਹਨਾਂ, ਪਰਸਨਲ ਲਾਈਫ ਸਭ ਦੀ ਹੁੰਦੀ ਆ, ਮੇਰੀ ਵੀ ਆ। ਮੈਂ ਕੋਈ ਇਹ ਨਹੀਂ ਕਹਿੰਦਾ ਕਿ ਮੈਂ ਸੇਵਾਦਾਰ ਹਾਂ ਤੇ ਮੈਂ ਰੱਬ ਬਣ ਗਿਆ। ਮੇਰੀ ਕੋਈ ਪਰਸਨਲ ਲਾਈਫ ਨਹੀਂ, ਮੇਰੀ ਵੀ ਆਪਣੀ ਲਾਈਫ। ਡਿਊਟੀ ਤੋਂ ਬਾਅਦ ਸੇਵਾ, ਤੇ ਸੇਵਾ ਤੋਂ ਸੇਵਾ ਜਦੋਂ ਕਿਤੇ ਨਹੀਂ ਜਾਈਦਾ ਜਾਂ ਡੇ ਆਫ ਹੁੰਦਾ ਵਾ, ਸਾਡਾ ਵੀ ਟਾਈਮ ਹੁੰਦਾ, ਸਾਡਾ ਵੀ ਡੇ ਹੁੰਦਾ, ਸਾਡਾ ਵੀ ਦਿਲ ਕਰਦਾ ਆਪਣੇ ਯਾਰਾਂ ਦੋਸਤਾਂ 'ਚ ਬਹਿਣ ਖਲੋਣ ਨੂੰ। ਹਰ ਇੱਕ ਚੀਜ਼ ਤੁਸੀਂ ਸਮਝਦੇ ਹੋ ਕਿ ਹਰ ਇੱਕ ਇਨਸਾਨ ਕਰਦਾ ਹੈ। ਸੋ ਚਲੋ, ਇੰਨਾ ਕੁਝ ਕਹਿੰਦਿਆਂ ਹੋਇਆ, ਜੇ ਮੇਰੇ ਕੋਲੋਂ ਕੁਛ ਵੀ ਗਲਤ ਹੋ ਗਿਆ ਹੋਵੇ ਤੇ ਆਪਣਾ ਛੋਟਾ ਭਰਾ ਸਮਝ ਕੇ ਮਾਫ ਕਰਿਓ। ਤੇ ਮੇਰੀ ਉਹਨਾਂ ਵੀਰਾਂ ਨੂੰ ਵੀ ਸਲੂਟ ਆ ਕਿ ਜਿਨ੍ਹਾਂ ਨੇ ਮੇਰੇ ਤੇ ਇੰਨੇ ਕੁ ਇਲਜ਼ਾਮ ਲਾਤੇ, ਉਹਨਾਂ ਦੀ ਕੋਈ ਗਲਤੀ ਨਹੀਂ, ਮੈਨੂੰ ਸਿਆਣਾ ਕੀਤਾ ਉਹਨਾਂ ਨੇ, ਮੈਨੂੰ ਕੁਝ ਸਿਖਾਇਆ ਹੀ ਆ। ਮੈਂ ਇਹ ਨਹੀਂ ਕਹਿੰਦਾ ਕਿ ਮੈਨੂੰ ਉਹਨਾਂ ਨੇ ਖਰਾਬ ਕਰਤਾ ਜਾਂ ਮੈਨੂੰ ਮੇਰੇ ਮਤਲਬ ਕਿ ਮੇਰਾ ਦਿਮਾਗ ਉਲਟ ਕਰਤਾ, ਨਹੀਂ ਭਾਜੀ, ਤੁਸੀਂ ਮੈਨੂੰ ਸਿਖਾਇਆ ਹੀ ਆ। ਔਰ ਮੈਂ ਤਹਿ ਦਿਲੋਂ ਮਨੋਂ ਮੈਂ ਕਿਸੇ ਦੀ ਈਗੋ ਨਹੀਂ ਹਰਟ ਕਰ ਰਿਹਾ, ਨਾ ਹੀ ਮੇਰਾ ਕੋਈ ਰੀਜ਼ਨ ਹੈ ਕਿ ਇਹਨੂੰ ਈਗੋ ਹਰਟ ਕਰਨ ਦਾ। ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ, ਸੱਚੇ ਪਾਤਸ਼ਾਹ ਉਹਨਾਂ ਨੂੰ ਲੰਮੀਆਂ ਉਮਰਾਂ ਬਖਸ਼ੇ। ਪਰ ਇੱਕ ਵਾਰੀ ਜ਼ਰੂਰ ਸੋਚਿਓ ਸਾਧ ਸੰਗਤ ਜੀ, ਕੀ ਇਹ ਸਹੀ ਹੈਗਾ? ਕਿਸੇ ਦੀ ਲੀਗਲ ਇਨਫੋਰਮੇਸ਼ਨ ਪਾਉਣੀ ਨੈਟ ਦੇ ਉੱਤੇ, ਕੀ ਉਹ ਸਹੀ ਸੀਗਾ? ਕੋਈ ਮੈਨੂੰ ਵੀਰ ਭਰਾ ਦੱਸੇ ਕਿ ਇਹ ਕ੍ਰਾਈਮ ਨਹੀਂ ਆ, ਕੋਈ ਵਕੀਲ ਭਰਾ ਦੱਸੇ ਕਿ ਇਹ ਕ੍ਰਾਈਮ ਨਹੀਂ ਆ। ਚਲੋ, ਇੰਨੀ ਕੁ ਬੇਨਤੀ ਕਬੂਲ ਕਰਿਓ, ਤੁਹਾਡਾ ਛੋਟਾ ਭਰਾ ਵਾਂ। ਜੇ ਮੇਰੇ ਕੋਲ ਕੋਈ ਗਲਤੀ ਹੋਈ ਹੋਵੇ ਤੇ ਮਾਫ ਕਰਿਓ। ਬਾਕੀ ਤਹਿ ਦਿਲੋਂ ਤੁਹਾਡਾ ਅਭਾਗੀ ਰਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।